हाँ जी स्टूडेंट, टुडे वी विल रीड द चैप्टर डेक्कन स्कूल ऑफ मिनीएचर पेंटिंग्स। मिनीएचर पेंटिंग्स ਦੇ ਵਿੱਚ ਜਿਹੜੀ ਅਸੀਂ ਗੱਲ ਅੱਜ ਕਰਾਂਗੇ ਡੈਕਨ ਸਕੂਲ ਆਫ ਆਰਟ ਦੀ ਕਰਾਂਗੇ। ਉਹਦੇ ਵਿੱਚ ਦੇਖਦੇ ਹਾਂ ਅਸੀਂ ਕਿ ਜਿਹੜਾ ਡੈਕਨ ਸਕੂਲ ਆ ਉਹ ਐਗਜ਼ਿਸਟੈਂਸ ਵਿੱਚ ਸੀਗਾ ਜਦੋਂ ਕਿ ਮੁਗਲ ਐਂਪਰਰ ਜਿਹੜਾ ਸੀਗਾ ਔਰੰਗਜ਼ੇਬ ਨੇ ਆਪਣੇ ਆਰਟਿਸਟ ਮੁਗਲ ਐਂਪਾਇਰ ਦੇ ਵਿੱਚੋਂ ਕੱਢੇ, ਤਾਂ ਸਾਰੇ ਆਰਟਿਸਟ ਉਹ ਵੀ ਡੈਕਨ ਜਿਹੜਾ ਏਰੀਆ ਸੀਗੇ ਉਹਨਾਂ ਦੇ ਵਿੱਚ ਚਲੇ ਗਏ। ਉਹ ਜਾ ਕੇ ਉੱਥੋਂ ਦੇ ਕੰਮ ਉਹ ਡੈਕਨ ਸਕੂਲ ਦੇ ਅੰਡਰ ਕਰ ਰਹੇ ਸੀ, ਬਟ ਉਹਨਾਂ ਦੀ ਆਰਟ ਵਰਕ ਦੇ ਇਨਫਲੂਐਂਸ ਜਿਹੜਾ ਸੀ ਉਹ ਕਿਹਨਾਂ ਦਾ ਮਿਲ ਰਿਹਾ ਸੀ, ਮੁਗਲ ਆਰਟ ਸਕੂਲਸ ਦਾ ਮਿਲ ਰਿਹਾ ਸੀ, ਕਿਉਂਕਿ ਪਹਿਲਾਂ ਤਾਂ ਉਹ ਉਸੇ ਸਟਾਈਲ 'ਚ ਕੰਮ ਕਰ ਰਹੇ ਸੀ। ਡੈਕਨ ਜਿਹੜਾ ਏਰੀਆ ਸੀ ਉਹਦੇ ਮੇਨ ਪੁਆਇੰਟਸ ਬੀਜਾਪੁਰ, ਅਹਿਮਦਨਗਰ, ਗੋਲਕੁੰਡਾ ਐਂਡ ਹੈਦਰਾਬਾਦ ਸੀਗੇ। ਜਿਹੜੀਆਂ ਇਹਦੇ ਜੋਗ੍ਰਾਫੀਕਲ ਕੰਡੀਸ਼ਨ ਸੀਗੀਆਂ ਉਹਨਾਂ ਦੇ ਕਰਕੇ ਉੱਥੋਂ ਦਾ ਆਰਟ ਕਲਚਰ, ਡਰਾਮੈਟਿਕਸ, ਲਿੰਗੁਇਸਟਿਕ, ਸੋਸ਼ਲ ਵੈਲਿਊਜ਼ ਜਿਹੜੀਆਂ ਅਲੱਗ-ਅਲੱਗ ਸੀ। ਉਹਨਾਂ ਦਾ ਕਲਚਰ, ਕੋਸਟਿਊਮਸ, ਰਿਲੀਜੀਅਸ ਬਿਲੀਵਸ, ਥੋਟਸ ਐਂਡ ਆਈਡੀਆਜ਼ ਸਭ ਡਿਫਰੈਂਟ ਸੀਗੇ। ਉਹਨਾਂ ਦੇ ਕੰਮ ਦੇ ਵਿੱਚ, ਉਹਨਾਂ ਦੀ ਲਾਈਫ ਸਟਾਈਲ ਦੇ ਵਿੱਚ ਇਸਲਾਮਿਕ ਈਡੀਅਮ ਆਫ ਈਰਾਨ, ਪਰਸ਼ੀਅਨ, ਟਰਕੀ ਦਾ ਵੀ ਇਨਫਲੂਐਂਸ ਨਜ਼ਰ ਆਉਂਦਾ ਸੀਗਾ। ਡੈਕਨ ਸਿਵਲਾਈਜੇਸ਼ਨ ਨੇ, ਜਿਹੜੀ ਡੈਕਨ ਦੀ ਸਿਵਲਾਈਜੇਸ਼ਨ ਸੀ ਉਹਨਾਂ ਨੇ ਇੱਕ ਅੱਛੀ ਹਿਸਟਰੀ ਕਾਇਮ ਕੀਤੀ ਸਾਰੇ ਫੇਜ਼ਿਸ ਦੇ ਵਿੱਚ, ਲਾਈਕ ਜਿੱਦਾਂ ਕਿ ਕੋਈ ਵੀ ਆਰਟ ਵਰਕ ਸੀਗਾ ਜਾਂ ਕੋਈ ਵੀ ਸੋਸਾਇਟੀ ਦਾ ਹੋਰ ਲਾਈਫ ਸਟਾਈਲ ਕਹਿ ਲਓ, ਉੱਥੇ ਉਹਨਾਂ ਨੇ ਇੱਕ ਅੱਛਾ ਪ੍ਰਭਾਵ ਛੱਡਿਆ ਹੋਇਆ। ਜਿਹੜੇ ਆਰਟ ਸਕੂਲ ਡੈਕਨ ਆਰਟ ਦੇ ਫੇਜ਼ਿਸ ਸੀਗੇ ਉਹਨਾਂ ਦੇ ਵਿੱਚ ਜਿਹੜਾ ਪਹਿਲਾ ਫੇਜ਼ ਸੀ, ਸਭ ਤੋਂ ਅਰਲੀ ਫੇਜ਼ ਦੇ ਵਿੱਚ ਆਦਿਲ ਸ਼ਾਹੀ ਜਿਹੜਾ ਸੀਗਾ ਆਦਿਲ ਸ਼ਾਹੀ ਕੋਟ ਜਿਹੜੀ ਬੀਜਾਪੁਰ ਦੀ ਸੀ, ਉਹਦੇ ਵਿੱਚ ਬਹੁਤ ਸਾਰੇ ਇਰਾਨੀ, ਪਰਸ਼ੀਅਨ, ਟਰਕਿਸ਼ ਪੇਂਟਰਸ ਜਿਹੜੇ ਕੈਲੀਗ੍ਰਾਫਰ, ਸਕਾਲਰਸ ਉਹ ਉੱਥੇ ਕੰਮ ਕਰਦੇ ਸੀਗੇ ਅਤੇ ਉਹਨਾਂ ਦੀ ਸਕਿੱਲ ਸੀ ਇਸਲਾਮਿਕ ਆਰਟ ਦੇ ਵਿੱਚ, ਪਰ ਉਹ ਕੰਮ ਉੱਥੇ ਕਰ ਰਹੇ ਸੀ ਅਤੇ ਇਨਫਲੂਐਂਸ ਨੈਚੁਰਲੀ ਉਹਨਾਂ ਦਾ ਆਉਣਾ ਹੀ ਸੀਗਾ। ਦੂਸਰੇ ਫੇਜ਼ ਦੇ ਵਿੱਚ ਜਿਹੜੇ ਮੁਸਲਿਮ ਆ ਚੁੱਕੇ ਸੀ ਪਹਿਲਾਂ, ਉਹਨਾਂ ਦੀਆਂ ਜਨਰੇਸ਼ਨਸ ਇੱਥੇ ਸੀਗੀਆਂ, ਉਹ ਇੱਥੇ ਕੰਮ ਕਰ ਰਹੀਆਂ ਸੀ, ਬਟ ਉਹਨਾਂ ਦੀ ਰੂਟਸ ਹੁਣ ਇੰਡੀਆ ਦੇ ਨਾਲ ਅਟੈਚ ਸੀਗੀਆਂ, ਪਰ ਇਨਫਲੂਐਂਸ ਨੈਚੁਰਲੀ ਉਹਨਾਂ 'ਤੇ ਆਪਣੇ ਬੇਸ ਦਾ ਸੀਗਾ, ਜਿਹਦੇ ਨਾਲ ਉਹ ਰਿਲੇਟ ਕਰਦੇ ਸੀ। ਕਈ ਜਿਹੜੇ ਇਮੀਗਰੈਂਟ ਸੀਗੇ ਉਹ ਈਰਾਨ, ਪਰਸ਼ੀਆ, ਟਰਕੀ ਤੋਂ ਆਏ ਸੀ ਅਤੇ ਉਹਨਾਂ ਦਾ ਇਨਫਲੂਐਂਸ ਵੀ ਆਰਟ ਦੇ ਕੰਮਾਂ 'ਚ ਨਜ਼ਰ ਆ ਰਿਹਾ ਸੀਗਾ। ਥਰਡ ਫੇਜ਼ ਦੇ ਵਿੱਚ ਸੀਗਾ in the 18th century at Hyderabad, when another form of Deccan art come into existence. It blended with the romantic passion of the former Golconda school as well as the stylistic elements and refinement of the Mughal art. ਮਤਲਬ ਓਵਰਆਲ ਅਸੀਂ ਦੇਖਦੇ ਹਾਂ ਕਿ ਜਿਹੜਾ ਡੈਕਨ ਸਕੂਲ ਸੀ ਉਹ ਆਪਣੇ ਆਪ 'ਚ ਘੱਟ ਉਹਦਾ ਆਪਣਾ ਬੇਸਿਕ ਜਿਹੜਾ ਸੀ ਉਹ ਤਾਂ ਸੀਗਾ ਹੀ, ਬਟ ਇਨਫਲੂਐਂਸ ਜਿਹੜਾ ਸੀ ਬਾਕੀਆਂ ਦਾ ਉਹ ਜ਼ਿਆਦਾ ਕੰਮ ਨਜ਼ਰ ਆ ਰਿਹਾ ਸਾਨੂੰ ਉਹਨਾਂ ਦੇ ਕੰਮਾਂ ਦੇ ਵਿੱਚ। ਸਬ ਸਕੂਲਸ ਸੀਗੇ ਜਿਹੜੇ ਇਹਦੇ ਅਹਿਮਦਨਗਰ, ਦਿਸ ਸਕੂਲ ਵਾਜ਼ ਪੈਟਰਨਾਈਜ਼ਡ ਬਾਏ ਹੁਸੈਨ ਨਾਜ਼ਿਮ ਸ਼ਾਹ, one of Ahmednagar. The earliest examples of Ahmednagar paintings are contained in a volume of poems written in phase of Hussain Nizam Shah I of Ahmednagar. ਉਹਦੀ ਪ੍ਰਸ਼ੰਸਾ ਅਹਿਮਦ ਨਜ਼ੀਮ ਸ਼ਾਹ I ਜਿਹੜਾ ਸੀਗਾ ਉਹਦੇ ਟਾਈਮ 'ਤੇ ਉਹਨੇ ਮਤਲਬ ਅੰਡਰ ਚਲਾਇਆ ਹੋਇਆ ਸੀ, ਉਹ ਟੇਕ ਕੇਅਰ ਕਰ ਰਿਹਾ ਸੀ, ਉਹਦੀ ਦੇਖ ਰੇਖ 'ਚ ਜਿਹੜਾ ਸਕੂਲ ਚੱਲ ਰਿਹਾ ਸੀ। ਉਹਨੇ ਆਪਣੀਆਂ ਜਿਹੜੀ ਪ੍ਰੇਜ਼ ਕਰਾਉਣ ਲਈ ਅਤੇ ਆਪਣੀ ਰਾਣੀ ਦੀਆਂ ਪ੍ਰੇਜ਼ ਕਰਾਉਣ ਲਈ ਉਹਨੇ ਬਹੁਤ ਸਾਰੀਆਂ ਪੋਇਮਸ ਨੂੰ ਮੈਨੂਸਕ੍ਰਿਪਟ ਕਰਵਾਇਆ ਸੀਗਾ। This manuscript, known as Tarif in Husn Shahi and assigned to a period 1565 to 69, is preserved in the Bharat Itihas Samshodaka assigned to a period Samshodaka Mandala, Pune। मतलब ਇਹਦਾ ਸਿਚੁਏਸ਼ਨ ਦੱਸੀ ਕਿ ਇਸ ਟਾਈਮ 'ਤੇ ਹੈ ਕਿੱਥੇ ਹੈ ਇਹ, ਔਰ ਪੀਰੀਅਡ ਇਹਦਾ ਸੀ 1565 to 69। One of the illustrations depicts the king sitting on the throne and attended by a number of women. The female type appearing in the painting belongs to the northern traditions of Malwa। ਔਰ ਜਿਹੜੀ ਫੀਮੇਲ ਹੈ ਉਹਨਾਂ ਦੀ ਡਰੈਸਿੰਗ ਦੱਸੀ ਹੋਈ ਹੈ, ਉਹਨਾਂ ਨੇ ਕੀ ਕੀ ਪਾਇਆ ਹੋਇਆ ਸੀ। The choli and long pigtails braided and ending in a tassel are the northern costume, but the long scarf passing round the body is in the southern fashion। मतलब डिफरेंस दिखाया हुआ नॉर्दर्न फैशन की सी, सदर्न फैशन की सी, और इन्हों के जोड़ा ड्रैसिंग स्टाइल है ਸਾਨੂੰ ਪਤਾ ਲੱਗਦਾ ਹੈ।
The colors used in the painting, being rich and brilliant, are different from those used in the northern paintings. ਇਹਨਾਂ ਦੇ ਰੰਗ ਜਿਹੜੇ ਸੀਗੇ ਨਾਰਦਰਨ ਪੇਂਟਿੰਗਸ ਦੇ ਨਾਲੋਂ ਅਲੱਗ ਸੀਗੇ, ਉਹ ਜ਼ਿਆਦਾ ਰਿਚ ਅਤੇ ਬ੍ਰਾਈਟ ਸੀਗੇ, ਬ੍ਰਿਲੀਅੰਟ ਸੀਗੇ। ਅਤੇ ਪ੍ਰਸ਼ੀਅਨ ਪ੍ਰਭਾਵ ਦੇ ਕਰਕੇ ਇੱਥੇ ਜਿਹੜਾ ਹਾਈ ਹੋਰਾਈਜ਼ਨ ਹੁੰਦਾ ਸੀ ਪੇਂਟਿੰਗਸ ਦੇ ਵਿੱਚ, ਗੋਲਡ ਸਕਾਈ ਹੁੰਦਾ ਸੀ, ਐਂਡ ਦਾ ਲੈਂਡਸਕੇਪ। ਮਤਲਬ ਇਨਫਲੂਐਂਸ ਵੀ ਸ਼ੋ ਕੀਤਾ ਹੈ ਕਿ ਕਿਹਨਾਂ ਦਾ ਸੀ, ਪਰਸ਼ੀਅਨ ਸੀ। ਨੈਕਸਟ ਸਕੂਲ ਹੈ ਬੀਜਾਪੁਰ। ਬੀਜਾਪੁਰ ਨੂੰ ਪੈਟਰਨਾਈਜ਼ ਕੀਤਾ ਸੀਗਾ ਅਲੀ ਆਦਿਲ ਸ਼ਾਹ ਨੇ, ਜਿਹੜਾ ਫਸਟ ਸੀਗਾ, ਅਤੇ ਉਹਦਾ ਸਕਸੈਸਰ ਇਬਰਾਹਿਮ ਸੈਕਿੰਡ। ਇਹਨਾਂ ਦੇ ਟਾਈਮ ਦਾ ਇੰਪੋਰਟੈਂਟ ਐਂਡ ਨੋਟੇਬਲ ਵਰਕ ਇਜ਼ ਨਿਜ਼ਾਮੁਲ ਉਲਮ, which has as many as 400 miniature illustrations. The court of Sultan Ali Adil Shah I had Persian artists, and that is why these paintings show profuse use of gold color, some flowering plants, and arabesques on the top of the throne, derived from the Persian tradition। मतलब ਸਾਨੂੰ ਅਲਟੀਮੇਟਲੀ ਇੱਥੇ ਵੀ ਇਹ ਸ਼ੋ ਹੋ ਰਿਹਾ ਕਿ ਇਹਨਾਂ ਦੇ ਇਨਫਲੂਐਂਸ ਕਿਹਦਾ ਸੀਗਾ, ਪਰਸ਼ੀਅਨ ਇਨਫਲੂਐਂਸ ਸ਼ੋ ਹੋ ਰਿਹਾ ਸੀ। ਨੈਕਸਟ ਆ ਗਿਆ ਗੋਲਕੁੰਡਾ ਸਕੂਲ। ਗੋਲਕੁੰਡਾ ਸਕੂਲ ਜਿਹੜਾ ਸੀ ਕਿਹਦੇ ਅੰਡਰ ਚੱਲ ਰਿਹਾ ਸੀ, ਕੁਤਬ ਸ਼ਾਹੀ ਰੂਲਰਸ ਦੇ ਅੰਡਰ ਚੱਲ ਰਿਹਾ ਸੀ। The first important work was accomplished during the times of Muhammad Quli Qutub Shah. These paintings show the dancing girls entertaining the VIPs। मतलब एक दरबार ਦਾ ਜਾਂ ਇੱਕ ਸ਼ੋਅ ਦਾ ਏਰੀਆ ਅਸੀਂ ਕਹਿ ਸਕਦੇ ਹਾਂ, ਇਹਦੇ ਵਿੱਚ ਦਿਖਾਇਆ ਗਿਆ ਕਿ ਜਿੱਥੇ ਡਾਂਸਿੰਗ ਗਰਲਸ ਔਰ VIPs ਨੂੰ ਐਂਟਰਟੇਨ ਕਰ ਰਹੀਆਂ। ਕੁਤਬ ਸ਼ਾਹੀ ਰੂਲਰਸ had employed many Persian artists, and so there is a profound impact of Iranian art and on the Golconda miniature painting। ਇਹਨਾਂ ਦੀ ਜਿਹੜੀ ਨੋਟੇਬਲ ਪੇਂਟਿੰਗ ਸੀਗੀ ਲੇਡੀ ਵਿਦ ਦਾ ਮਾਇਰਾ ਬਰਡ ਐਂਡ ਲੇਡੀ ਸਮੋਕਿੰਗ ਹੁੱਕਾ। ਇਹ ਦੋ ਜਿਹੜੀਆਂ ਪੇਂਟਿੰਗ ਸੀਗੀਆਂ ਇਹਨਾਂ ਦੇ ਟਾਈਮ ਦੀਆਂ ਫੇਮਸ ਪੇਂਟਿੰਗਸ ਪਾਈਆਂ ਗਈਆਂ। ਅਰਲੀ ਡੈਕਨੀ ਪੇਂਟਿੰਗ ਐਬਜ਼ੌਰਬਡ ਇਨਫਲੂਐਂਸਿਸ ਆਫ ਦ ਟ੍ਰੈਡੀਸ਼ਨ ਆਫ ਦ ਪ੍ਰੀ ਮੁਗਲ ਪੇਂਟਿੰਗ ਵਿਚ ਵਾਜ਼ flourishing in Malwa, and of tradition of the pre-Mughal painting and all the southern tradition of the Vijayanagar murals, as evident in the treatment of female types and costumes। ਬੇਸਿਕਲੀ ਇਹਨਾਂ ਦੇ ਵੀ ਕਿਹਨਾਂ ਦਾ ਇਨਫਲੂਐਂਸ ਨਜ਼ਰ ਆ ਰਿਹਾ, ਪਰਸ਼ੀਅਨ ਸਟਾਈਲ ਦਾ। ਉਹਨਾਂ ਦੇ ਕਰਕੇ ਹੀ ਇਹਨਾਂ ਦਾ ਵੀ ਲੈਂਡਸਕੇਪ ਦੇ ਵਿੱਚ ਹੋਰਾਈਜ਼ਨ ਗੋਲਡ ਸਕਾਈ ਸੀਗਾ, ਕਲਰਸ ਜਿਹੜੇ ਸੀ ਰਿਚ ਬ੍ਰਿਲੀਅੰਟ ਸੀਗੇ। ਅਤੇ ਗੋਲਕੁੰਡਾ ਸਕੂਲ ਦੇ ਵਿੱਚ ਵੀ ਇਨਫਲੂਐਂਸ ਕਿਹਨਾਂ ਦਾ ਆ ਗਿਆ, ਪਰਸ਼ੀਅਨ ਸਕੂਲ ਦਾ ਆ ਗਿਆ। Hyderabad, the paintings in Hyderabad style developed after the foundation of Asafjahi dynasty by Chin Kuling Khan, Nizamul Malik in 1724। One example is a painting of princes in a company of maids। ਇਹਨਾਂ ਦੀ ਇੱਕ ਪੇਂਟਿੰਗ ਜਿਹੜੀ ਇਸ ਟਾਈਮ ਦੀ ਸਾਨੂੰ ਫੇਮਸ ਮਿਲੀ, ਉਸਦਾ ਨਾਮ ਹੈ ਪ੍ਰਿੰਸਸ ਇਨ ਦਾ ਕੰਪਨੀ ਆਫ ਮੇਡਸ। ਉਸ ਤੋਂ ਬਾਅਦ ਤੰਜੋਰ ਸਕੂਲ ਆਫ ਆਰਟ ਆ ਜਾਂਦਾ ਹੈ। ਤੰਜੋਰ ਸਕੂਲ ਆਫ ਆਰਟ ਦੇ ਵਿੱਚ ਜਿਹੜੀ ਫੇਮਸ ਇਲਾਸਟ੍ਰੇਸ਼ਨ ਮਿਲਦੀ ਆ, ਇੱਕ ਵੁੱਡ ਦੇ ਉੱਪਰ ਮਿਲਦੀ ਆ, ਉਹ ਹੈ ਕੋਰੋਨੇਸ਼ਨ ਆਫ ਰਾਮਾ। ਜਦੋਂ ਭਗਵਾਨ ਰਾਮ ਦਾ ਤਾਜਪੋਸ਼ੀ ਹੋਈ, ਉਸ ਸੀਨ ਨੂੰ ਡਿਪਿਕਟ ਕੀਤਾ ਗਿਆ ਹੈ ਕਿ ਉੱਥੇ ਕੌਣ ਕੌਣ ਸੀ ਉਹਨਾਂ ਦੇ ਨਾਲ, ਸੀਤਾ ਮਾਤਾ ਨਾਲ ਪ੍ਰੈਜੈਂਟ ਹੈ। ਇਨ ਦੀ ਲੈਫਟ ਐਂਡ ਰਾਈਟ ਪੈਨਲਸ ਆਰ ਸੀਨ ਰਿਸ਼ੀਜ਼, ਕੋਰਟੀਅਰਸ, ਪ੍ਰਿੰਸਸ, ਹਨੂਮਾਨ
ਸੁਗਰੀਵ ਸਾਰੇ ਉੱਥੇ ਮਤਲਬ ਪ੍ਰੈਜ਼ੈਂਟ ਸ਼ੋ ਕੀਤੇ ਗਏ ਆ ਉਸ ਸੀਨ ਦੇ ਵਿੱਚ। ਕਲਰਸ ਬ੍ਰਾਈਟ ਯੂਜ਼ ਕੀਤੇ ਗਏ ਆ, ਔਰਨਾਮੈਂਟਲ ਡਿਟੇਲਸ ਚੰਗੀ ਤਰ੍ਹਾਂ ਦਿੱਤੀਆਂ ਗਈਆਂ ਕਿ ਜਾਂ ਤਾਂ ਕਿ ਸ਼ਾਹੀ ਲੁੱਕ ਜਿਹੜੀ ਉਹਨਾਂ ਦੀ ਸ਼ੋ ਹੋਏ। ਇਹ ਤੰਜੋਰ ਸਕੂਲ ਆਫ ਆਰਟ ਦੀ ਫੇਮਸ ਪੇਂਟਿੰਗ ਐਕਸਪਲੇਨ ਕੀਤੀ ਗਈ ਹੈ। ਨੈਕਸਟ ਹੈ ਕੈਰੈਕਟਰਿਸਟਿਕਸ ਆਫ ਡੈਕਨ ਸਕੂਲ ਆਫ ਮਿਨੀਏਚਰ ਪੇਂਟਿੰਗ। ਇਹਨਾਂ ਦੀ ਕਲਰ ਸਕੀਮ ਕਿਹੋ ਜਿਹੀ ਸੀਗੀ? ਬ੍ਰਿਲੀਅੰਟ ਐਂਡ ਬਿਊਟੀਫੁਲ ਕਲਰਸ ਜਿਹੜੇ ਸੀਗੇ ਯੂਜ਼ ਕੀਤੇ ਜਾਂਦੇ ਸੀਗੇ। ਦੇ ਆਰ ਡਿਫਰੈਂਟ ਫਰੋਮ ਦ ਕਲਰਸ ਆਫ ਨਾਰਦਰਨ ਪੇਂਟਿੰਗ ਸਟਾਈਲ। ਉਹਨਾਂ ਦਾ ਜਿਹੜਾ ਅਲੱਗ ਸੀ ਸਟਾਈਲ, ਜਿਊਲਰੀ, ਕਾਸਟਿਊਮਸ, ਯੂਟੈਂਸਿਲਸ ਸਭ ਦਾ ਸਟਾਈਲ ਨੈਚੁਰਲੀ ਡਿਫਰੈਂਟ ਹੋਏਗਾ ਕਿਉਂਕਿ ਉਹਨਾਂ ਦਾ ਲਾਈਫ ਸਟਾਈਲ ਅਲੱਗ ਸੀ ਬਿਕੋਜ਼ ਆਫ ਦਾ ਜਿਓਗ੍ਰਾਫੀਕਲ ਕੰਡੀਸ਼ਨਸ। ਪਰਸ਼ੀਅਨ ਇਨਫਲੂਐਂਸ ਅਸੀਂ ਪਹਿਲਾਂ ਬਾਰ-ਬਾਰ ਪੜ੍ਹ ਚੁੱਕੇ ਹਾਂ ਕਿ ਉਹਨਾਂ ਦੀ ਪੇਂਟਿੰਗਸ ਦੇ ਵਿੱਚ ਪਰਸ਼ੀਅਨ ਇਨਫਲੂਐਂਸ ਬਾਰ-ਬਾਰ ਆ ਰਿਹਾ ਸੀਗਾ। ਗੋਲਡਨ ਕਲਰ ਹੁੰਦੇ ਸੀਗੇ, ਲੈਂਡਸਕੇਪ ਹੁੰਦੀ ਸੀ, ਫਲਾਵਰ ਪਲਾਂਟਸ ਅਤੇ ਅਰੇਬੀਅਨ ਸਟਾਈਲਸ, ਪਰਸ਼ੀਅਨ ਸਟਾਈਲਸ, ਉਹ ਸਾਰੇ ਉਹਨਾਂ ਦੇ ਲਾਈਫ ਸਟਾਈਲ ਦੇ ਪੇਂਟਿੰਗਸ ਦੇ ਵਿੱਚ ਨਜ਼ਰ ਆ ਰਹੇ। ਮੁਗਲ ਇਨਫਲੂਐਂਸ ਵੀ ਬਾਰ-ਬਾਰ ਅਸੀਂ ਪੜ੍ਹ ਰਹੇ ਹਾਂ ਕਿ ਕਿਉਂਕਿ ਆਰਟਿਸਟ ਜਿਹੜੇ ਸੀਗੇ ਮੁਗਲ ਦੇ ਉਹਨਾਂ ਦੇ ਰਾਜ ਦੇ ਵਿੱਚ ਐਂਟਰ ਹੋ ਗਏ ਸੀ ਕੰਮ ਕਰਨ ਲਈ, ਤਾਂ ਇਨਫਲੂਐਂਸ ਵੀ ਉਹਨਾਂ ਦਾ ਨੈਚੁਰਲੀ ਆਉਣਾ ਹੀ ਸੀਗਾ। ਪੇਂਟਿੰਗਸ ਡੈਕੋਰੇਟਿਵ ਹੁੰਦੀਆਂ ਸੀਗੀਆਂ, ਫਲਾਵਰ ਬੈਡਸ, ਕਾਸਟਿਊਮਸ, ਰਿਚ ਐਂਡ ਬ੍ਰਿਲੀਅੰਟ ਫੇਸ਼ੀਅਲ ਫੀਚਰਸ ਹੁੰਦੇ ਸੀਗੇ। ਜਿਹੜੀ ਡਰਾਇੰਗ ਹੁੰਦੀ ਸੀ ਬੋਲਡ ਹੁੰਦੀ ਸੀਗੀ। Bold drawing, shading technique and use of rich, pure and brilliant colors flourished at Tanjore. ਨੇਚਰ ਉਹਨਾਂ ਨੇ ਆਪਣੀ ਪੇਂਟਿੰਗਸ ਦੇ ਵਿੱਚ ਨੇਚਰ ਦਿਖਾਈ ਹੈ, ਲੈਂਡਸਕੇਪਸ ਦੇ ਵਿੱਚ, ਬੈਕਗਰਾਊਂਡਸ ਦੇ ਵਿੱਚ ਪਲਾਂਟਸ, ਟਰੀਜ਼, ਫਲਾਵਰਸ, ਇਹ ਸਭ ਸ਼ੋ ਕੀਤੇ ਗਏ ਆ। ਹਿਊਮਨ ਫਿਗਰਸ ਤਾਂ ਅਸੀਂ ਪੜ੍ਹ ਹੀ ਰਹੇ ਹਾਂ ਕਿ ਉਹਨਾਂ ਨੇ ਅੱਛੇ ਤਰੀਕੇ ਨਾਲ ਐਕਸਪਲੇਨ ਕੀਤੀਆਂ ਹੈ। ਉਹਨਾਂ ਦੇ ਜਿਹੜੇ ਫੇਸ ਸੀ ਬੜੇ ਅੱਛੇ ਤਰੀਕੇ ਨਾਲ ਬਣਾਏ ਗਏ। ਸ਼ਾਰਪ ਫੀਚਰਸ ਹੁੰਦੇ ਸੀ, ਵਾਈਡ ਓਪਨ ਆਈਜ਼ ਹੁੰਦੀਆਂ ਸੀ, broad forehead, high neck ਹੁੰਦੀਆਂ ਸੀਗੀਆਂ। tall and slender figures are Deccan inventions। ਨੈਕਸਟ ਹੈ ਪੇਂਟਿੰਗ ਪੜ੍ਹਨ ਲੱਗੀਆਂ ਸੀ ਹਜ਼ਰਤ ਨਿਜ਼ਾਮੁਦੀਨ ਔਲੀਆ ਐਂਡ ਅਮੀਰ ਖੁਸਰੋ। ਇਹ ਪੇਂਟਿੰਗ ਜਿਹੜੀ ਆ ਇਹਦਾ ਆਰਟਿਸਟ ਦਾ ਨਾਮ ਨਹੀਂ ਪਤਾ ਹੈਗਾ। ਹੈਦਰਾਬਾਦ ਦੇ ਵਿੱਚ ਡਾਇਨਸਟੀ ਦੇ ਅੰਡਰ ਇਹ ਬਣੀ ਸੀ। ਟਾਈਮ ਪੀਰੀਅਡ ਹੈ 1750 to 70 AD। ਟੈਂਪਰਾ ਔਨ ਹੈਂਡਮੇਡ ਪੇਪਰ, ਨੈਸ਼ਨਲ ਮਿਊਜ਼ੀਅਮ ਨਿਊ ਦਿੱਲੀ। ਸਬਜੈਕਟ ਮੈਟਰ ਇਹਦੇ ਵਿੱਚ ਪੇਂਟਿੰਗ 'ਚ ਅਮੀਰ ਖੁਸਰੋ ਅਤੇ ਨਿਜ਼ਾਮੁਦੀਨ ਔਲੀਆ ਬੈਠੇ ਹੋਏ ਦਿਖਾਏ ਗਏ ਆ। ਦ ਡੈਕਨ ਪੇਂਟਿੰਗ ਹਜ਼ਰਤ ਨਿਜ਼ਾਮੁਦੀਨ ਔਲੀਆ ਐਂਡ ਅਮੀਰ ਖੁਸਰੋ ਬਿਲੋਂਗ ਟੂ Hyderabad school, sub-school of Deccan miniature painting. In painting, Hazrat Nizamuddin Auliya and Amir Khusro have been shown sitting on orange platform। बैठे हैं एक ऑरेंज प्लेटफॉर्म के ऊपर कौन निज़ामुद्दीन औलिया एंड अमीर खुसरो। तो वो ਜਿਹੜੇ ਨਿਜ਼ਾਮੁਦੀਨ ਆ ਉਹ ਇੱਕ ਸੰਤ ਹੋਏ ਆ ਬਹੁਤ ਸੂਫੀਆਨਾ ਕਲਚਰ ਦੇ। ਅਮੀਰ ਖੁਸਰੋ ਜਿਹੜੇ ਆ ਉਹਨਾਂ ਦੇ ਇੱਕ ਡਿਸਾਈਪਲ ਦੀ ਤਰ੍ਹਾਂ ਉਹਨਾਂ ਦੇ ਕੋਲ ਬੈਠੇ ਆ। ਉਹਨਾਂ ਦੋਨਾਂ ਦੇ ਵਿੱਚ ਇੱਕ ਕਿਸੇ ਵੀ ਕਹਿ ਲਓ ਕਿ ਉਸ ਟਾਈਮ ਦੇ ਧਾਰਮਿਕ ਵਿਸ਼ੇ 'ਤੇ ਗੱਲਬਾਤ ਹੁੰਦੀ ਦਿਖਾਈ ਗਈ ਆ। ਅਤੇ ਜਿਹੜਾ ਅਮੀਰ ਖੁਸਰੋ ਹੈ ਵਾਜ਼ ਐਨ ਇੰਡੋ ਪਰਸ਼ੀਅਨ, ਉਹ ਇੰਡੋ ਪਰਸ਼ੀਅਨ ਸੀਗਾ ਸੂਫੀ ਪੋਇਟ। ਹੀ ਵਾਜ਼ ਐਸੋਸੀਏਟਿਡ ਵਿਦ ਰਾਇਲ ਕੋਰਟ ਆਫ ਮੋਰ ਦੈਨ 7 ਰੂਲਰਸ ਆਫ ਦਿੱਲੀ ਸਲਤਨਤ ਦੇ 7 ਜਿਹੜੇ ਰਾਜੇ ਹੋਏ ਸੀਗੇ ਮੁਗਲ ਰਾਜੇ, ਉਹਨਾਂ ਦੇ ਟਾਈਮ ਦਾ ਉਹ ਕੰਟੈਂਪਰਰੀ ਪੋਇਟ ਸੀਗਾ। Hazrat Nizamuddin is shown sitting on the right side of Amir Khusro, who is sitting on the left side, holding a musical instrument. At the bottom, 2 small green lawns with red flowers on both sides have been depicted. Hazrat Nizamuddin is shown wearing olive green dress, which is a typical dress of Sufi saints, and aureole is shown around his head। ਮਤਲਬ ਜਿਹੜਾ ਇੱਕ ਦੇਵੀ ਜਿਹੜੀਆਂ ਆਪਣੀਆਂ ਸੰਤ ਫਕੀਰ ਹੁੰਦੇ ਆ ਉਹਨਾਂ ਦੇ ਬੈਕ 'ਤੇ ਇੱਕ ਸਰਕਲ ਬਣਾਇਆ ਹੁੰਦਾ, ਉਹ ਵੀ ਜਿਹੜਾ ਸ਼ੋਅ ਕੀਤਾ ਗਿਆ ਆ ਸੁਪਰਮੈਸੀ ਨਿਜ਼ਾਮੁਦੀਨ ਔਲੀਆ ਦੀ ਸ਼ੋਅ ਕਰਨ ਲਈ। ਔਰੇਓਲ ਜਿਹੜਾ ਸੀਗਾ ਉਹਦਾ ਕਲਰ ਸੀ ਯੈਲੋ ਐਂਡ ਇਟਸ ਸਰਕੂਲਰ ਬਾਰਡਰ ਇਜ਼ ਡੈਕੋਰੇਟਿਡ ਵਿਦ ਬਰਾਊਨ ਕਲਰ ਸਮਾਲ ਟਰਾਇੰਗਲਸ।
अमीर खुसरो ने रेड टर्बन ते रेड ड्रेस पाई हुई है। बिटवीन बोथ द फिगर्स सम वाइट ईटेबल हैज़ बीन शोन इन यूटेंसिल्स। इन बैकग्राउंड जिहड़ी आ ब्लू कलर्ड स्काई शो किया गया है। अ ट्री ऑन द राइट साइड विद येलो फ्रूट्स, रेड फ्लावर्स एंड ब्राउन ट्रंक हैज़ बीन शोन। अ बैंड ऑफ रेड फ्लावर sorry a band of red flower and green leaves has been depicted on the horizon line. So it is well composed and well balanced painting. ਉਹਨਾਂ ਦਾ ਸੀਨ ਸਾਰਾ ਸ਼ੋ ਕੀਤਾ ਗਿਆ ਕਿ ਉਹਨਾਂ ਦੀ ਬੈਕਗਰਾਉਂਡ ਤੇ ਕੀ ਹੈ, ਫੋਰਗਰਾਉਂਡ ਤੇ ਕੀ ਹੈ, ਔਰ ਉਹਨਾਂ ਦੀ ਇਹ ਪੇਂਟਿੰਗ ਦੇ ਇਨਫਲੂਐਂਸ ਕਿਹਦਾ ਹੈਗਾ। ਹਿਊਮਨ ਲਾਈਫ ਵੈਲਿਊਜ਼ ਇਸ ਤੋਂ ਕੀ ਮਿਲਦੀ ਹੈ? ਰਿਸਪੈਕਟ ਫॉर योर ओल्डर गुरु एंड सीनियर्स, रिगार्ड फॉर योर जूनियर्स, मतलब बड़ों और छोटों के सम्मान करें, वो सारी वैल्यू सानू मिलती हैं। छोटिਆਂ ਨੂੰ ਕਿਹਾ ਗਿਆ ਕਿ ਆਪਣੇ ਸੰਤਾਂ ਗੁਰੂ ਮਹਾਂਪੁਰਸ਼ਾਂ ਦੀ ਕਦਰ ਕਰੋ ਅਤੇ ਵੱਡਿਆਂ ਨੂੰ ਕਿਹਾ ਗਿਆ ਕਿ ਛੋਟਿਆਂ ਦਾ ਵੀ ਸਨਮਾਨ ਕਰੋ। ਨੈਕਸਟ ਹੈ ਚਾਂਦ ਬੀਬੀ ਪਲੇਇੰਗ ਪੋਲੋ। ਇਹ ਵਾਲੀ ਪੇਂਟਿੰਗ ਜਿਹੜੀ ਹੈ ਗੋਲਕੁੰਡਾ ਸਕੂਲ ਦੇ ਅੰਡਰ ਬਣੀ ਹੋਈ ਹੈ। ਟਾਈਮ ਪੀਰੀਅਡ 750 ਹੈ। ਟੈਂਪਰਾ ਔਨ ਹੈਂਡਮੇਡ ਪੇਪਰ ਯੂਜ਼ ਕੀਤਾ ਹੋਇਆ। ਆਰਟਿਸਟ ਇਸ ਦਾ ਵੀ ਅਨਨੋਨ ਹੈ। ਸਬਜੈਕਟ ਮੈਟਰ ਇਹਦੇ ਵਿੱਚ ਚਾਂਦ ਬੀਬੀ ਜਿਹੜੀ ਹੈ ਆਪਣੀ ਸਾਥੀਆਂ ਦੇ ਨਾਲ ਸ਼ੋਅ ਕੀਤੀ ਗਈ ਹੈ, ਕੰਪੈਨੀਅਨਸ ਦੇ ਨਾਲ। Chand Bibi is playing polo with her companions. 4 horses are shown, on which 4 ladies Chand Bibi sitting on white horse and her 3 companions are sitting eyes, or all ladies are big and open while waist is triangular in shape. One lady is standing on the foreground with her hands directing upwards. She is perhaps an attendant. A white ball is also shown, a silvery grey lotus lake with aquatic birds has shown in the foreground. ਸੀਨ ਸ਼ੋ ਕੀਤਾ ਗਿਆ ਜਿਹਦੇ ਵਿੱਚ ਚਾਂਦ ਬੀਬੀ ਆਪਣੀਆਂ 4 ਸਾਥੀਆਂ ਦੇ ਨਾਲ ਸ਼ੋ ਕੀਤੀ ਹੋਈ ਆ। ਚਾਂਦ ਬੀਬੀ ਵਾਈਟ ਘੋੜੇ 'ਤੇ ਹੈ ਅਤੇ ਆਸ-ਪਾਸ ਉਹਦੇ 3 ਹੋਰ ਲੇਡੀਜ਼ ਆ, ਜਿਨ੍ਹਾਂ ਦੇ ਵਿੱਚੋਂ ਇੱਕ ਪਿੱਛੇ ਹੱਥ ਉੱਪਰ ਕਰਕੇ ਖੜੀ ਹੈ, ਉਹ ਮੇ ਬੀ ਉਹਨਾਂ ਦੀ ਅਟੈਂਡੈਂਟ ਸ਼ੋ ਕੀਤੀ ਹੋਈ ਹੈ। ਅਤੇ ਆਸ-ਪਾਸ ਫੋਰਗਰਾਊਂਡ ਦੇ ਵਿੱਚ ਉਹਨਾਂ ਨੇ ਹੋਰ ਬੈਕਗਰਾਊਂਡ ਦੇ ਵਿੱਚ ਹਟ, ਰੌਕਸ, ਟਰੀਜ਼ ਐਟਸੈਟਰਾ ਸ਼ੋ ਕੀਤੇ ਹੋਏ ਆ। green, yellow, blue and brown color use ਕੀਤੇ ਆ। being a miniature painting, it seems as it is a big size painting. In the blue sky, sun is also shown. So overall it is well balanced and beautiful. ਹੈਗੀ ਹੈ miniature ਹੈ, ਬਟ ਫੀਲ ਇੱਦਾਂ ਹੁੰਦਾ ਕਿ ਬਹੁਤ ਬੜੀ ਪੇਂਟਿੰਗ ਹੈ, ਕਿਉਂਕਿ ਇਹਦੇ ਵਿੱਚ ਬਹੁਤ ਬਰੀਕੀਆਂ ਦੇ ਨਾਲ ਬਹੁਤ ਡਿਟੇਲ ਕੀਤੀ ਹੋਈ ਹੈ। ਹਿਊਮਨ ਲਾਈਫ ਵੈਲਿਊਜ਼ ਇਹਦੇ ਵਿੱਚ ਕੀ ਮਿਲਦੀਆਂ? ਸਪੋਰਟਸ ਐਜ਼ ਅ ਸੋਰਸ ਆਫ ਰੀਕ੍ਰੀਏਸ਼ਨ ਫॉर ਅ ਹੈਲਦੀ ਐਂਡ ਫੁਲਫਿਲਿੰਗ ਲਾਈਫ। Teamwork towards a common goal. Develop a sense of healthy competition to get better in all fields. ਜੋ ਅੱਜ ਕਿਹਾ ਜਾਂਦਾ ਕਿ ਖੇਡ ਦੀ ਭਾਵਨਾ ਨਾਲ ਖੇਡੋ। ਜਦੋਂ ਅਸੀਂ ਖੇਡਦੇ ਹਾਂ ਤਾਂ ਸਪੋਰਟਸ ਦੇ ਨਾਲ ਰੀਕ੍ਰੀਏਸ਼ਨ ਹੁੰਦੀ ਹੈ ਹੈਲਦੀ ਐਂਡ ਫੁਲਫਿਲਿੰਗ ਲਾਈਫ ਦੀ। ਟੀਮ ਵਰਕ ਜਿਹੜਾ ਹੈ ਸਾਰਿਆਂ ਦਾ ਗੋਲ ਹੋਣਾ ਚਾਹੀਦਾ ਹੈ। ਡਿਵੈਲਪ ਅ ਸੈਂਸ ਆਫ ਹੈਲਦੀ ਕੰਪਟੀਸ਼ਨ, ਮਤਲਬ ਕਿ ਕੰਪਟੀਸ਼ਨ ਹੋਏ ਬਟ ਉਹ ਹੈਲਦੀ ਹੋਏ, ਜੈਲਸੀ ਵਾਲਾ ਨਹੀਂ ਹੋਏ ਕਿ ਹਾਂ ਉਹ ਸਾਰੇ ਜਿਹੜੇ ਫੀਲਡਸ ਆ ਲਾਈਫ ਦੇ ਉਹਨਾਂ ਦੇ ਵਿੱਚ ਅਸੀਂ ਸਾਰੇ ਕੰਮ ਕਰੀਏ, ਬਟ ਜੈਲਸੀ ਨਾਲ ਨਹੀਂ, ਹੈਲਦੀ ਕੰਪਟੀਸ਼ਨ ਦੀ ਫੀਲਿੰਗ ਦੇ ਨਾਲ। These are the highlights of this chapter. Now your chapter is finished.